ਵਾਹਿਗੁਰੂ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰ ਸਿੱਖਾਂ ਕੀ ਘਾਲ ਥਾਇ ਪਈ, ਜਿਨ ਹਰ ਨਾਮ ਤੇ ਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਆਪਾਂ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਪਰਉਪਕਾਰਾਂ ਨੂੰ, ਮਹਾਨ ਕੁਰਬਾਨੀਆਂ ਨੂੰ ਚੇਤੇ ਕਰ ਰਹੇ ਹਾਂ, ਨਮਸਕਾਰ ਕਰ ਰਹੇ ਹਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਜੋ ਆਪਾਂ ਪਿੱਛੇ ਵਿਚਾਰਿਆ ਹੈ, ਜਿਵੇਂ ਦਸ਼ਮੇਸ਼ ਪਾਤਸ਼ਾਹ ਜੀ ਨੇ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਧਾਰਨ ਕੀਤਾ, ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਆਏ ਔਰ ਇੱਥੋਂ ਜਦੋਂ ਕਸ਼ਮੀਰੀ ਪੰਡਤ ਆਪਣੇ ਤਿਲਕ ਜੰਝੂ ਬਚਾਉਣ ਵਾਸਤੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਨਾਵੇਂ ਪਾਤਸ਼ਾਹ ਜੀ ਦੇ ਪਾਸ ਆ ਕੇ ਬੇਨਤੀਆਂ ਕੀਤੀਆਂ, ਤਰਲੇ ਪਾਏ, ਤੇ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਨੂੰ ਦਿੱਲੀ ਵੱਲ ਨੂੰ ਤੋਰਿਆ। ਸਤਿਗੁਰੂ ਨਾਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਤੇ ਤਿਲਕ ਜੰਝੂ ਦੀ ਰਾਖੀ ਹੋਈ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸੰਮਤ 1732 11 ਮੱਘਰ ਸੁਦੀ ਪੰਚਵੀਂ ਵੀਰਵਾਰ ਵਾਲੇ ਦਿਨ ਸਤਿਗੁਰੂ ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਹੋਣੀ। 1732 ਬਿਕਰਮੀ ਸੰਮਤ 1675 ਈਸਵੀ ਸਨ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਗੁਰਿਆਈ ਦਾ ਤਖਤ ਪ੍ਰਾਪਤ ਹੋਇਆ ਔਰ ਆਪ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ। ਇਸ ਤੋਂ ਅੱਗੇ ਆਪਾਂ ਗੁਰੂ ਸਾਹਿਬ ਜੀ ਦੇ ਕੁਝ ਇਤਿਹਾਸ ਦੀ, ਆਨੰਦਪੁਰ ਸਾਹਿਬ ਦੀ ਗਾਥਾ ਵਿਚਾਰਦੇ ਹਾਂ। ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਬੁਲਾਓ, ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਣੇ 9 ਸਾਲ ਦੀ ਸਰੀਰ ਕਾਰਬਲਾ ਹੈ। ਹਾਲੇ ਪੂਰੇ 9 ਸਾਲ ਦੀ ਮਹਾਰਾਜ ਸਾਹਿਬ ਜੀ ਦੀ ਸਰੀਰ ਕਾਰਬਲਾ ਨਹੀਂ ਹੋਈ ਹੈ ਜਦੋਂ ਆਪ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ ਹਨ। 1732 ਬਿਕਰਮੀ ਸੰਮਤ ਹੈ ਔਰ ਇਸੇ ਤਰ੍ਹਾਂ 1675 ਈਸਵੀ ਸਨ ਹੈ ਜਦੋਂ ਮਹਾਰਾਜ ਸਾਹਿਬ ਜੀ ਗੁਰਿਆਈ ਦੇ ਤਖਤ ਤੇ ਸੋਭਨੀਕ ਹੋਏ ਔਰ ਗਰੀਬ ਨਵਾਜ਼ ਸਤਿਗੁਰੂ ਪਿਤਾ ਜੀ ਨੇ ਸ਼ਹਾਦਤ ਪ੍ਰਾਪਤ ਕਰਨੀ। ਧੜ ਦਾ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਵਿੱਚ ਕਰਨਾ
ਪਾਵਨ ਸੀਸ ਭਾਈ ਜੈਤਾ ਜੀ ਨੇ ਅਨੰਦਪੁਰ ਸਾਹਿਬ ਲੈ ਕੇ ਆਉਣਾ ਤੇ ਸਤਿਗੁਰੂ ਜੀ ਨੇ ਚੰਦਨ ਦੀ ਚਿਖਾ ਦੇ ਵਿੱਚ ਪਿਤਾ ਜੀ ਦੇ ਸੀਸ ਦਾ ਅਨੰਦਪੁਰ ਸਾਹਿਬ ਸੰਸਕਾਰ ਕਰਨਾ, ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਸ਼ੋਭਾ ਪਾ ਰਿਹਾ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਵੀਰ ਰਸ ਵਿੱਚ ਆ ਕਰਕੇ ਬਚਨ ਕਹੇ ਸਨ ਵੀ ਸਿੱਖਾਂ ਨੂੰ ਐਸੀ ਨਿਸ਼ਾਨੀ ਲਾਵਾਂਗੇ ਜੋ ਲੱਖਾਂ ਵਿੱਚ ਵੀ ਖਲੋਤਾ ਹੋਵੇਗਾ ਤੇ ਪਤਾ ਲੱਗ ਜਾਵੇਗਾ ਉਹ ਗੁਰੂ ਕਾ ਸਿੱਖ ਹੈ। ਫਿਰ ਇਹਨਾਂ ਬਚਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਪੂਰੇ ਕੀਤਾ, ਸਫਲੇ ਕੀਤਾ। ਔਰ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਵਸਾਏ ਹੋਏ ਨਗਰਾਂ ਦੇ ਬਾਰੇ ਵਿਚਾਰ ਕਰਦੇ ਹਾਂ ਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਨਗਰਾਂ ਦੇ ਨਾਮ ਵੀ ਕੈਸੇ ਸਿਧਾਂਤਕ, ਕੈਸੇ ਸੁੰਦਰ ਰੱਖੇ ਹਨ। ਜਿਵੇਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਰਾਵੀ ਦਰਿਆ ਦੇ ਕੰਢੇ ਤੇ ਨਗਰ ਵਸਾਇਆ 1561 ਬਿਕਰਮੀ ਸੰਮਤ ਨੂੰ, ਤੇ ਉਸ ਦਾ ਨਾਮ ਰੱਖਿਆ ਸੀ ਕਰਤਾਰ ਦੇ ਨਾਂ ਤੇ ਕਰਤਾਰਪੁਰ ਸਾਹਿਬ, ਜੋ ਰਾਵੀ ਦਰਿਆ ਦੇ ਕੰਢੇ ਤੇ ਹੈ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਸ੍ਰੀ ਕਰਤਾਰਪੁਰ ਸਾਹਿਬ। ਕਰਤਾਰ ਦੇ ਨਾਂ ਉੱਤੇ, ਕਿਉਂਕਿ ਮਹਾਰਾਜ ਕਿਹਾ ਕਰਦੇ ਸਨ ਸਤ ਕਰਤਾਰ, ਸਤ ਕਰਤਾਰ। ਇਸੇ ਤਰ੍ਹਾਂ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਨਗਰ ਵਸਾਏ ਤੇ ਦੁਆਬੇ ਦੇ ਵਿੱਚ ਉਹਦਾ ਨਾਮ ਹੀ ਕਰਤਾਰਪੁਰ ਸਾਹਿਬ, ਜਾਂ ਸ੍ਰੀ ਤਰਨਤਾਰਨ ਸਾਹਿਬ, ਜਾਂ ਇਸੇ ਤਰ੍ਹਾਂ ਗੁਰੂ ਕਾ ਚੱਕ ਤੇ ਫਿਰ ਸ੍ਰੀ ਰਾਮਦਾਸਪੁਰ ਤੇ ਫਿਰ ਉਸ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਨੇ ਰੱਖਿਆ। ਸਤਿਗੁਰੂ ਜੀ ਦੇ ਵਸਾਏ ਹੋਏ ਨਗਰਾਂ ਦੇ ਨਾਮ ਵੀ ਕੈਸੇ ਸੁੰਦਰ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਿਆ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਨਗਰ ਵਸਾਇਆ ਤੇ ਨਾਮ ਕੀਰਤਪੁਰ ਸਾਹਿਬ ਰੱਖਿਆ, ਆਨੰਦਪੁਰ ਸਾਹਿਬ ਦੇ ਨੇੜੇ। ਤੇ ਇਹ ਆਨੰਦਪੁਰ ਸਾਹਿਬ ਮਹਾਰਾਜ ਸਾਹਿਬ ਜੀ ਨੇ ਨਗਰ ਵਸਾਇਆ ਔਰ ਇਸ ਦਾ ਨਾਮ ਕੈਸਾ ਹੈ? ਆਨੰਦਪੁਰ ਸਾਹਿਬ। ਆਨੰਦ, ਆਨੰਦ ਸਤਿਗੁਰੂ ਸੱਚੇ ਪਾਤਸ਼ਾਹ ਹੀ ਦਿੰਦੇ ਹਨ। ਸਤਿਗੁਰਾਂ ਤੋਂ ਬਿਨਾਂ ਆਨੰਦ ਪ੍ਰਾਪਤ ਨਹੀਂ ਹੁੰਦਾ। ਆਨੰਦਪੁਰ ਦੇ ਵਾਸੀ ਸਤਿਗੁਰੂ ਹਨ ਤੇ ਸਿੱਖ ਨੂੰ ਵੀ, ਖਾਲਸੇ ਨੂੰ ਵੀ ਆਨੰਦਪੁਰ ਦਾ ਵਾਸੀ ਬਣਾਉਂਦੇ ਹਨ। ਭਾਵੇਂ ਕਈਆਂ ਇਤਿਹਾਸਕਾਰਾਂ ਨੇ ਐਸਾ ਵੀ ਜ਼ਿਕਰ ਕੀਤਾ ਕਿ 9ਵੇਂ ਪਾਤਸ਼ਾਹ ਜੀ ਨੇ ਜਦੋਂ ਇਹ ਨਗਰ ਵਸਾਇਆ ਤੇ ਇਸ ਦਾ ਨਾਮ ਮਾਤਾ ਜੀ ਦੇ ਨਾਮ ਉੱਤੇ ਰੱਖਿਆ ਸੀ, ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਮ ਉੱਤੇ, ਚੱਕ ਨਾਨਕੀ। ਤੇ ਬਾਅਦ ਵਿੱਚ 10ਵੇਂ ਪਾਤਸ਼ਾਹ ਜੀ ਨੇ ਇਸ ਦਾ ਨਾਮ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦਿਆਂ ਹੋਏ ਆ, ਆਨੰਦ ਦੇ ਵਿੱਚ ਵਿਚਰਦਿਆਂ ਹੋਏ ਆ, ਤੁਰਦਿਆਂ ਫਿਰਦਿਆਂ ਜਦੋਂ ਪਹਾੜਾਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਆ ਰਹੀਆਂ ਤੇ ਮਹਾਰਾਜ ਸਾਹਿਬ ਜੀ ਨੇ ਇਸ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ। ਇੱਕੋ ਹੀ ਜੋਤ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਉਹੀ ਜੋਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ, ਉਹੀ 9ਵੇਂ ਜਾਮੇ ਵਿੱਚ ਵਰਤੀ, ਉਹੀ 10ਵੇਂ ਪਾਤਸ਼ਾਹ ਦੇ ਰੂਪ ਵਿੱਚ, ਉਹੀ ਜੋਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਪ੍ਰਕਾਸ਼ਮਾਨ ਹੈ, ਖਾਲਸੇ ਪੰਥ ਵਿੱਚ ਹੈ। ਤੋ ਸਤਿਗੁਰੂ ਸਾਹਿਬ ਜੀ ਨੇ ਇਹ ਆਨੰਦਪੁਰ ਸਾਹਿਬ ਨਾਮ ਰੱਖਿਆ। ਜਦੋਂ ਆਨੰਦ ਦੀ ਗੱਲ ਕਰੀਏ ਤਾਂ ਇਹ ਆਨੰਦ ਦੀ ਵਿਆਖਿਆ ਵੀ ਬੇਅੰਤ ਹੈ, ਕਿਉਂਕਿ ਆਪਾਂ ਸ੍ਰੀ ਆਨੰਦਪੁਰ ਸਾਹਿਬ ਦੀ ਗੱਲ ਕਰਨੀ, ਇਹ ਦਿਹਾੜੇ ਚੱਲ ਰਹੇ, ਪੋਹ ਦਾ ਮਹੀਨਾ ਚੱਲ ਰਿਹਾ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਛੱਡਿਆ। ਇਹ ਇਤਿਹਾਸ ਤੇ ਆਪਾਂ ਵਿਚਾਰਨਾ ਹੀ ਹੈ। ਪਰ ਆਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਕੀ ਕੁਝ ਕੀਤਾ, ਉਸ ਧਰਤੀ ਨੂੰ ਸਤਿਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਨਾਮ ਦਿੱਤਾ, ਉੱਥੇ ਆਨੰਦ ਵਰਤਾਇਆ ਔਰ ਗਰੀਬ ਨਵਾਜ਼ ਸਾਹਿਬ ਜੀ ਨੇ ਬੇਅੰਤੀ ਚੋਜ ਕੌਤਕ ਉਸ ਧਰਤੀ ਤੇ ਕੀਤੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਇੱਕ ਬਾਣੀ ਜਿਸ ਦਾ ਨਿਤਨੇਮ ਗੁਰਸਿੱਖ ਹਰ ਰੋਜ਼ ਕਰਦਾ ਹੈ, 5 ਬਾਣੀਆਂ ਦੇ ਵਿੱਚ, ਉਸ ਬਾਣੀ ਦਾ ਨਾਮ ਹੀ ਆਨੰਦ ਹੈ, ਸ੍ਰੀ ਆਨੰਦ ਸਾਹਿਬ। ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਦੇ ਵਿੱਚ ਵੀ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੀਆਂ ਜਾਂਦੀਆਂ ਹਨ।
ਕੋਈ ਵੀ ਕਾਰਜ ਹੋਵੇ, ਜਦੋਂ ਅਰਦਾਸ ਕੀਤੀ ਜਾਂਦੀ ਹੈ, ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਭਾਵੇਂ ਕਿਸੇ ਦਾ ਜਨਮ ਹੋਵੇ, ਭਾਵੇਂ ਕਿਸੇ ਦਾ ਵਿਆਹ ਆਨੰਦ ਕਾਰਜ ਹੋਵੇ, ਤੇ ਭਾਵੇਂ ਕੋਈ ਚੜ੍ਹਾਈ ਕਰ ਜਾਵੇ, ਫਿਰ ਵੀ ਆਨੰਦ ਸਾਹਿਬ ਦਾ ਪਾਠ ਹੁੰਦਾ ਹੈ। ਆਨੰਦ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਆਨੰਦ ਦੇ ਦਾਤੇ ਸਤਿਗੁਰੂ ਹਨ। ਜਿਵੇਂ ਗਰੀਬ ਨਵਾਜ ਨੇ ਫਰਮਾਇਆ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਸਤਿਗੁਰੂ ਜੀ ਦੇ ਮਿਲਾਪ ਵਿੱਚੋਂ ਆਨੰਦ ਮਿਲਦਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ, ਫਿਰ ਸਤਿਗੁਰੂ ਹੀ ਆਨੰਦ ਦਿੰਦੇ ਹਨ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੰਚਮ ਪਾਤਸ਼ਾਹ ਨੇ ਆਖਿਆ, ਆਨੰਦ ਦੀ ਅਵਸਥਾ ਕੈਸੀ ਹੈ? ਜੀਵਨ ਮੁਕਤੀ ਦੀ ਅਵਸਥਾ ਹੈ। ਖੁਸ਼ੀ ਤੋਂ, ਗਮੀ ਤੋਂ, ਹਰਖ ਤੋਂ, ਸੋਗ ਤੋਂ, ਉਸਤਤੀ ਤੋਂ, ਨਿੰਦਿਆ ਤੋਂ, ਵਾਧੇ ਤੋਂ, ਘਾਟੇ ਤੋਂ, ਜਿਹੜੀ ਉੱਪਰਲੀ ਅਵਸਥਾ ਹੈ ਨਾ, ਉਸ ਨੂੰ ਆਨੰਦ ਆਖਿਆ ਹੈ। ਉਹ ਹੈ ਆਨੰਦ, ਉਹ ਹੈ ਆਨੰਦਪੁਰ, ਜਿੱਥੇ ਸੁੱਖਾਂ ਦੁੱਖਾਂ ਤੋਂ ਪਰੇ ਦੀ ਖੇਡ ਹੈ, ਜਿੱਥੇ ਉਸਤਤੀ ਨਿੰਦਿਆ ਤੋਂ ਪਰੇ ਦੀ ਅਵਸਥਾ ਹੈ, ਜਿੱਥੇ ਨਾ ਲਾਭ ਹੈ ਨਾ ਹਾਨੀ ਹੈ, ਨਾ ਵਾਧਾ ਹੈ ਨਾ ਘਾਟਾ ਹੈ, ਉਤਰਾ ਚੜਾ ਨਹੀਂ ਹੈ। ਉਹ ਅਗੰਮ ਅਗੋਚਰ ਅਵਸਥਾ ਜਿਹੜੀ ਹੈ। ਗਰੀਬ ਨਵਾਜ ਸਾਹਿਬ ਕਹਿੰਦੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਜਦੋਂ ਪ੍ਰਭੂ ਦੀ ਆਗਿਆ ਹਿਰਦੇ ਨੂੰ ਪਿਆਰੀ ਲੱਗੇ, ਅੰਦਰ ਨੂੰ ਪਿਆਰੀ ਲੱਗੇ, ਵਾਹਿਗੁਰੂ ਦੀ ਆਗਿਆ, ਪ੍ਰਭੂ ਦੇ ਹੁਕਮ ਵਿੱਚ ਰਹਿਣਾ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਜੋ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ, ਉਹਨੂੰ ਉਹੋ ਜਿਹੀ ਹਰਖ ਹੈ ਤੇ ਉਹੋ ਜਿਹੀ ਸੋਗ ਹੈ। ਖੁਸ਼ੀ ਗਮੀ ਇੱਕੋ ਜਿਹੀ ਉਸ ਵਾਸਤੇ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਉਹ ਆਨੰਦ ਦੇ ਵਿੱਚ ਵਿਚਰਨ ਵਾਲੇ ਦਾ ਕੋਈ ਦੀ ਵਿਛੋੜਾ ਹੁੰਦਾ ਹੀ ਨਹੀਂ ਹੈ। ਬਾਹਰੀ ਤੌਰ ਤੇ ਵਿਛੜਨਾ ਵੀ ਹੈ, ਮਿਲਣਾ ਵੀ ਹੈ, ਪਰ ਮਹਾਰਾਜ ਕਹਿੰਦੇ ਜੋ ਅੰਦਰੋਂ ਮਿਲਿਆ ਹੋਇਆ ਹੈ ਉਹ ਕਦੀ ਵਿਛੜਦਾ ਹੀ ਨਹੀਂ ਹੈ। ਸਦਾ ਆਨੰਦ, ਸਦਾ ਦੀ ਆਨੰਦ ਦੀ ਅਵਸਥਾ ਹੈ। ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਉਹਦੇ ਵਾਸਤੇ ਜੋ ਆਨੰਦਪੁਰ ਦਾ ਵਾਸੀ ਬਣ ਗਿਆ, ਉਹਦੇ ਵਾਸਤੇ ਉਹੋ ਜਿਹਾ ਸੋਨਾ ਤੇ ਉਹੋ ਜਿਹੀ ਮਿੱਟੀ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਉਹੋ ਜਿਹਾ ਉਹਦੇ ਵਾਸਤੇ ਰਾਜਾ ਤੇ ਉਹੋ ਜਿਹਾ ਰੰਕ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਇਸੇ ਨੂੰ ਨਾਵੇਂ ਪਾਤਸ਼ਾਹ ਨੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਸੇ ਨੂੰ ਮਹਾਰਾਜ ਸਾਹਿਬ ਨੇ ਆਖਿਆ, ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋਹ ਸਮਾਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਇਸੇ ਨੂੰ ਮਹਾਰਾਜ ਨੇ ਆਖਿਆ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨ ਤੇ ਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਤੋ ਆਨੰਦਪੁਰ ਸਾਹਿਬ ਦੇ ਐਸੇ ਗੂੜੇ ਅਰਥ ਹਨ, ਡੂੰਘੇ ਅਰਥ ਹਨ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਨੰਦਪੁਰ ਦਾ ਵਾਸੀ ਬਣਾਇਆ, ਖਾਲਸੇ ਨੂੰ ਆਨੰਦਪੁਰ ਸਾਹਿਬ ਦਾ ਵਾਸੀ ਬਣਾਇਆ। ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਬਣੇ। ਔਰ ਗਰੀਬ ਨਵਾਜ ਸਾਹਿਬ ਜੀ ਨੇ ਇਸ ਆਨੰਦਪੁਰ ਸਾਹਿਬ ਨੂੰ ਆਪਣੀ ਚਰਨ ਛੋਹ ਬਖਸ਼ਿਸ਼ ਕੀਤੀ। ਜਿਵੇਂ ਮਹਾਰਾਜ ਸਾਹਿਬ ਕਹਿੰਦੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ।
ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਐਵੇਂ ਨਹੀਂ ਅੱਜ ਗੁਰਸਿੱਖ ਸੰਗਤਾਂ ਉਥੋਂ ਦੀ ਗੁਰੂ ਕਲਗੀਧਰ ਪਾਤਸ਼ਾਹ ਦੀ ਚਰਨ ਧੂੜੀ ਮਸਤਕ ਤੇ ਲਾਉਂਦੇ, ਕਿਉਂਕਿ ਉਸ ਥਾਂ ਨੂੰ ਮਹਾਰਾਜ ਨੇ ਆਪਣੀ ਚਰਨ ਛੋਹ ਬਖਸ਼ ਕਰਕੇ ਪਵਿੱਤਰ ਕਰ ਦਿੱਤਾ, ਪਾਵਨ ਕਰ ਦਿੱਤਾ। ਇਸੇ ਪਾਵਨ ਪਵਿੱਤਰ ਨਗਰੀ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ 3 ਆਨੰਦ ਕਾਰਜ ਹੋਏ। ਆਪਾਂ ਸੰਖੇਪ ਦੇ ਨਾਲ ਕੁਝ ਇਤਿਹਾਸ ਆਨੰਦਪੁਰ ਸਾਹਿਬ ਦਾ ਵਿਚਾਰਾਂਗੇ। ਕਲਗੀਧਰ ਪਿਤਾ ਜੀ ਦੇ 3 ਆਨੰਦ ਕਾਰਜ ਹੋਏ। ਪਹਿਲਾ ਮਾਤਾ ਜੀਤੋ ਜੀ ਦੇ ਨਾਲ, ਦੂਸਰਾ ਮਾਤਾ ਸੁੰਦਰੀ ਜੀ ਦੇ ਨਾਲ, ਤੇ ਤੀਸਰਾ ਮਾਤਾ ਸਾਹਿਬ ਦੇਵਾ ਜੀ ਦੇ ਨਾਲ। ਮਾਤਾਵਾਂ ਦੇ ਪਹਿਲੇ ਨਾਮ ਇਹੀ ਇਤਿਹਾਸ ਵਿੱਚ ਆਉਂਦੇ ਹਨ। ਬਾਅਦ ਵਿੱਚ ਅੰਮ੍ਰਿਤ ਛਕ ਕੇ ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਇਹ ਨਾਮ ਆਏ ਹਨ। 2 ਮਾਤਾਵਾਂ ਜੋ ਸਾਡੀਆਂ ਮਾਤਾਵਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਹਿਲ, ਮਾਤਾ ਅਜੀਤ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ, ਇਹ ਲਾਹੌਰ ਦੇ ਇਹਨਾਂ ਦਾ ਪਿਛੋਕੜ ਹੈ। ਮਾਤਾ ਪਿਤਾ ਲਾਹੌਰ ਨਿਵਾਸੀ ਹਨ। ਮਾਤਾ ਅਜੀਤ ਕੌਰ ਜੀ ਦੇ ਨਾਲ ਪਹਿਲਾ ਆਨੰਦ ਕਾਰਜ ਹੋਇਆ ਗੁਰੂ ਕੇ ਲਾਹੌਰ 1734 ਬਿਕਰਮੀ ਦੇ ਵਿੱਚ, ਤੇ ਮਾਤਾ ਸੁੰਦਰ ਕੌਰ ਜੀ ਦੇ ਨਾਲ ਮਹਾਰਾਜ ਸਾਹਿਬ ਜੀ ਦਾ 1741 ਬਿਕਰਮੀ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਇਆ। ਜੋ ਤੀਸਰੇ ਮਹਿਲ ਹਨ ਮਹਾਰਾਜ ਸਾਹਿਬ ਜੀ ਦੇ ਮਾਤਾ ਸਾਹਿਬ ਕੌਰ, ਉਹਨਾਂ ਦਾ ਆਨੰਦ ਕਾਰਜ ਗੁਰੂ ਸਾਹਿਬ ਜੀ ਦੇ ਨਾਲ ਖਾਲਸੇ ਦੇ ਸਾਜਨਾ ਤੋਂ 1 ਸਾਲ ਬਾਅਦ ਵਿੱਚ ਹੋਇਆ। ਉਹ ਖਾਲਸੇ ਦੀ ਸਾਜਨਾ ਤੋਂ 1 ਸਾਲ ਬਾਅਦ ਗੁਰੂ ਸਾਹਿਬ ਜੀ ਦੇ ਪਾਸ ਆਨੰਦਪੁਰ ਸਾਹਿਬ ਆਏ। ਭਾਵ 1757 ਬਿਕਰਮੀ ਦੇ ਵਿੱਚ ਮਾਤਾ ਸਾਹਿਬ ਕੌਰ ਜੀ ਦੇ ਨਾਲ ਕਲਗੀਧਰ ਪਿਤਾ ਜੀ ਦਾ ਆਨੰਦ ਕਾਰਜ ਹੋਇਆ, ਜਿਨ੍ਹਾਂ ਨੂੰ ਕੁਆਰਾ ਡੋਲਾ ਕਿਹਾ ਜਾਂਦਾ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ ਸੀ ਕਿ ਸਾਡੇ 2 ਆਨੰਦ ਕਾਰਜ ਪਹਿਲਾਂ ਹਨ ਤੇ ਸਾਡੇ 4 ਸਾਹਿਬਜ਼ਾਦੇ ਹਨ, ਇਸ ਕਰਕੇ ਹੁਣ ਅਸੀਂ ਆਨੰਦ ਕਾਰਜ ਨਹੀਂ ਕਰਨਾ। ਪਰ ਮਾਤਾ ਪਿਤਾ ਨੇ ਬੇਨਤੀ ਕੀਤੀ ਸੀ ਕਿ ਅਸੀਂ ਤਾਂ ਬਚਪਨ ਵਿੱਚ ਹੀ ਅਰਦਾਸ ਕਰ ਦਿੱਤੀ ਸੀ, ਇਹ ਸਾਡੀ ਬੇਨਤੀ ਪ੍ਰਵਾਨ ਕਰੋ, ਇਹ ਰਿਸ਼ਤਾ ਪ੍ਰਵਾਨ ਕਰੋ। ਤਾਂ ਮਹਾਰਾਜ ਸਾਹਿਬ ਜੀ ਨੇ ਆਨੰਦ ਕਾਰਜ ਕੀਤਾ ਸੀ, ਪਰ ਉਸ ਨੂੰ ਕੁਆਰਾ ਡੋਲਾ ਕਿਹਾ ਜਾਂਦਾ ਹੈ। ਮਾਤਾ ਸਾਹਿਬ ਕੌਰ ਜੀ ਕਲਗੀਧਰ ਪਿਤਾ ਜੀ ਦੇ ਦਰਸ਼ਨਾਂ ਦੇ ਵਿੱਚ ਹੀ ਆਨੰਦਿਤ ਰਹੇ। ਉਹਨਾਂ ਨੇ ਇੱਕ ਵਾਰੀ ਇੱਛਾ ਵੀ ਪ੍ਰਗਟ ਕੀਤੀ ਸੀ ਕਿ ਮਹਾਰਾਜ, ਜਿਵੇਂ ਆਪ ਜੀ ਦੇ 4 ਸਾਹਿਬਜ਼ਾਦੇ ਹਨ, ਇਸ ਕਰਕੇ ਮੇਰੀ ਵੀ ਪੁੱਤਰ ਦੀ ਇੱਛਾ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਦਰਬਾਰ ਵਿੱਚ ਬੁਲਾ ਕਰਕੇ ਤੇ ਗਰੀਬ ਨਵਾਜ ਸਾਹਿਬ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਆਖਿਆ ਸੀ, ਤੁਹਾਨੂੰ ਇਹ ਮੈਂ ਖਾਲਸਾ ਪੁੱਤਰ ਦਿੱਤਾ, ਤੁਸੀਂ ਖਾਲਸੇ ਦੀ ਮਾਤਾ ਹੋ। ਇਸੇ ਕਰਕੇ ਮਾਤਾ ਜੀ ਨੂੰ ਖਾਲਸੇ ਦੀ ਮਾਤਾ ਕਿਹਾ ਜਾਂਦਾ ਹੈ, ਮਾਤਾ ਸਾਹਿਬ ਕੌਰ ਜੀ ਨੂੰ। ਉਹਨਾਂ ਦੀ ਝੋਲੀ ਵਿੱਚ ਪੁੱਤਰ ਖਾਲਸਾ ਪਾਇਆ ਮਹਾਰਾਜ ਪਿਤਾ ਜੀ ਨੇ। ਮਾਤਾ ਅਜੀਤ ਕੌਰ ਜੀ ਦੇ ਪਾਵਨ ਪਵਿੱਤਰ ਕੁੱਖ ਤੋਂ 3 ਸਾਹਿਬਜ਼ਾਦੇ ਪ੍ਰਗਟ ਹੋਏ ਸਮੇਂ ਦੇ ਨਾਲ, ਤੇ ਮਾਤਾ ਸੁੰਦਰ ਕੌਰ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਗੁਰੂ ਪਿਤਾ ਜੀ ਦਾ ਸਭ ਤੋਂ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਪੌਂਟਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ। ਮਾਤਾ ਸੁੰਦਰ ਕੌਰ ਜੀ ਦਾ ਇੱਕ ਸਾਹਿਬਜ਼ਾਦਾ ਹੈ ਬਾਬਾ ਅਜੀਤ ਸਿੰਘ ਜੀ, ਤੇ ਮਾਤਾ ਅਜੀਤ ਕੌਰ ਜੀ ਦੇ 3 ਸਾਹਿਬਜ਼ਾਦੇ ਹਨ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ। ਤੇ ਮਾਤਾ ਸਾਹਿਬ ਕੌਰ ਜੀ ਦਾ ਸਾਰਾ ਖਾਲਸਾ ਪੰਥ ਉਹਨਾਂ ਦੀ ਝੋਲੀ ਪਾਇਆ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ। ਸ਼ਾਸਤਰਧਾਰੀ ਵੀ ਤੇ ਸ਼ਸਤਰਧਾਰੀ। ਆਨੰਦਪੁਰ ਸਾਹਿਬ ਨੂੰ ਮਹਾਰਾਜ ਸਾਹਿਬ ਜੀ ਨੇ ਵਿਦਿਆ ਦਾ ਗੜ੍ਹ ਬਣਾਇਆ। ਭਾਈ ਮਣੀ ਸਿੰਘ ਸਾਹਿਬ ਵਰਗੇ ਗੁਰਮੁਖ ਪਿਆਰੇ, ਜਿਨ੍ਹਾਂ ਨੇ 7ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਸਿੱਖੀ ਪ੍ਰਾਪਤ ਕੀਤੀ। ਭਾਈ ਮਣੀ ਸਿੰਘ ਜੀ ਦਾ ਪਹਿਲਾ ਨਾਮ ਹੈ ਭਾਈ ਮਣੀਆਂ। 7ਵੇਂ ਪਾਤਸ਼ਾਹੀ ਦੀ ਸ਼ਰਨ ਵਿੱਚ ਆਏ ਸੀ ਭਾਈ ਮਣੀਆਂ ਜੀ,
ਔਰ ਤਿੰਨਾਂ ਤੋਂ ਸਿੱਖੀ ਪ੍ਰਾਪਤ ਕੀਤੀ ਸੀ। ਭਾਈ ਮਣੀ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਔਰ ਦਾਦਾ ਜੀ ਉਹ ਵੀ ਗੁਰੂ ਘਰ ਦੇ ਇਹਨਾਂ ਨੂੰ ਪਿਆਰੇ ਸਿੱਖ ਸਨ। ਭਾਈ ਮਣੀ ਸਿੰਘ ਜੀ ਦੇ ਦਾਦਾ ਜੀ ਦਾ ਨਾਮ ਇਤਿਹਾਸ ਵਿੱਚ ਆਇਆ ਭਾਈ ਬੱਲੂ ਜੀ, ਉਹ 6ਵੇਂ ਪਾਤਸ਼ਾਹ ਮਹਾਰਾਜ ਦੇ ਪਿਆਰੇ ਸਿੱਖ ਸਨ। ਤੇ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਲੜਾਈ ਹੋਈ ਹੈ ਮੁਗਲਾਂ ਦੇ ਨਾਲ 6ਵੇਂ ਪਾਤਸ਼ਾਹ ਦੀ, ਜਦੋਂ 7000 ਫੌਜ ਚੜ੍ਹ ਕੇ ਆਈ ਸੀ, ਉਸ ਦੇ ਵਿੱਚ ਭਾਈ ਮਣੀ ਸਿੰਘ ਜੀ ਦੇ ਦਾਦਾ ਜੀ ਨੇ ਸ਼ਹੀਦੀ ਪਾਈ। ਉਹਨਾਂ ਦਾ ਪਿਤਾ ਪੁਰਖੀ ਸਾਰਾ ਹੀ ਪਰਿਵਾਰ ਕੁਰਬਾਨੀਆਂ ਵਾਲਾ। ਭਾਈ ਮਣੀ ਸਿੰਘ ਜੀ 7ਵੇਂ ਪਾਤਸ਼ਾਹੀ ਦੇ ਚਰਨਾਂ ਵਿੱਚ ਰਹੇ, 8ਵੇਂ ਪਾਤਸ਼ਾਹ ਦੇ, 9ਵੇਂ ਪਾਤਸ਼ਾਹ ਦੇ, ਫਿਰ 10ਵੇਂ ਪਾਤਸ਼ਾਹੀ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਰਹਿ ਕੇ ਉਹ ਸਿੰਘਾਂ ਨੂੰ ਸੰਥਿਆ ਕਰਾਇਆ ਕਰਦੇ ਸਨ, ਗੁਰਬਾਣੀ ਪੜ੍ਹਾਇਆ ਕਰਦੇ ਸਨ। ਤੇ ਪੁਰਾਣੇ ਉਹ ਗੁਰਸਿੱਖ ਸਾਡੇ ਬਜ਼ੁਰਗ ਜੋ ਕਲਗੀਧਰ ਪਾਤਸ਼ਾਹੀ ਦੇ ਚਰਨਾਂ ਵਿੱਚ ਰਹਿੰਦੇ ਸਨ, ਗੁਰੂ ਕੀ ਕਿਰਪਾ ਦੇ ਨਾਲ ਉਹ ਮਹਾਨ ਵਿਦਵਾਨ ਹੋਇਆ ਕਰਦੇ ਸਨ। ਜਿੱਥੇ ਗੁਰੂ ਕੀ ਬਾਣੀ ਤਾਂ ਉਹ ਪੜ੍ਹਦੇ ਪੜ੍ਹਾਉਂਦੇ ਹੀ ਸਨ, ਉੱਥੇ ਹੋਰ ਭਾਸ਼ਾਵਾਂ ਵੀ ਸੰਸਕ੍ਰਿਤ, ਅਰਬੀ, ਫਾਰਸੀ ਤੇ ਹੋਰ ਵੀ ਭਾਸ਼ਾਵਾਂ ਉਹ ਗੁਰਮੁਖ ਪੜ੍ਹਦੇ ਤੇ ਪੜ੍ਹਾਉਂਦੇ ਸਨ। ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਜਿੱਥੇ ਗੁਰਬਾਣੀ ਦੀ ਸੰਥਿਆ ਕਰਾਈ, ਉੱਥੇ ਹੋਰ ਵੀ ਭਾਸ਼ਾਵਾਂ ਤੋਂ ਮਹਾਰਾਜ ਸਾਹਿਬ ਜੀ ਨੇ ਜਾਣੂ ਕਰਵਾਇਆ। ਤੇ ਕਲਗੀਧਰ ਪਾਤਸ਼ਾਹ ਗਰੀਬ ਨਵਾਜ ਆਪ ਵੀ ਸੰਥਿਆ ਦਿਆ ਕਰਦੇ ਸਨ, ਆਪ ਵੀ ਪੜ੍ਹਾਇਆ ਕਰਦੇ ਸਨ, ਗੁਰਸਿੱਖ ਵੀ ਪੜ੍ਹਾਉਂਦੇ ਸਨ। ਤੋ ਜਿੱਥੇ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਇਹ ਸ਼ਾਸਤਰਧਾਰੀ ਵੀ ਨਾਲ ਬਣਾਇਆ, ਵੀ ਇਤਿਹਾਸ ਵੀ ਪੜ੍ਹਾਇਆ, ਗੁਰਬਾਣੀ ਵੀ ਪੜ੍ਹਾਈ, ਹੋਰ ਵੀ ਤਰ੍ਹਾਂ ਤਰ੍ਹਾਂ ਦੇ ਗ੍ਰੰਥ ਪੜ੍ਹਾਏ, ਮਤ ਮਤੰਤਰਾਂ ਦੇ ਗ੍ਰੰਥ ਮਹਾਰਾਜ ਸਾਹਿਬ ਜੀ ਨੇ ਪੜ੍ਹਾਏ, ਸਿੱਖਾਂ ਨੂੰ ਵਿਦਵਾਨ ਬਣਾਇਆ ਤੇ ਨਾਲ ਫਿਰ ਸ਼ਸਤਰਧਾਰੀ ਵੀ ਬਣਾਇਆ। ਤੇ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਹੁਕਮਨਾਮੇ ਵੱਖ-ਵੱਖ ਇਲਾਕੇ ਦੀਆਂ ਸੰਗਤਾਂ ਨੂੰ ਲਿਖੇ ਵੀ ਜਿਹੜਾ ਸਿੱਖ ਵਧੀਆ ਤੋਂ ਵਧੀਆ ਹਥਿਆਰ, ਵਧੀਆ ਤੋਂ ਵਧੀਆ ਸ਼ਸਤਰ ਲਿਆ ਕੇ ਭੇਟ ਕਰੇਗਾ, ਵਧੀਆ ਘੋੜੇ ਭੇਟ ਕਰੇਗਾ, ਆਪ ਆ ਕਰਕੇ ਭਰਤੀ ਹੋਵੇਗਾ ਨੌਜਵਾਨ, ਉਹਨਾਂ ਸਿੱਖਾਂ ਦੇ ਉੱਤੇ ਅਤਿਅੰਤ ਖੁਸ਼ੀ ਹੋਵੇਗੀ। ਤੇ ਸੰਗਤਾਂ ਨੇ ਵਧੀਆ ਵਧੀਆ ਘੋੜੇ ਭੇਟ ਕਰਨੇ, ਵਧੀਆ ਵਧੀਆ ਸ਼ਸਤਰ ਭੇਟ ਕਰਨੇ। ਜਿਸ ਨੇ ਵਧੀਆ ਸ਼ਸਤਰ ਲਿਆ ਕੇ ਭੇਟ ਕਰਨੇ, ਮਹਾਰਾਜ ਸਾਹਿਬ ਜੀ ਦੀ ਬਹੁਤੀ ਖੁਸ਼ੀ ਹੋਣੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮੇਂ ਦੇ ਨਾਲ ਫਿਰ ਖਾਲਸੇ ਦੀ ਸਾਜਨਾ ਕੀਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ। 1699 ਈਸਵੀ 30 ਮਾਰਚ ਦੀ ਵਿਸਾਖੀ, ਉਦੋਂ 30 ਮਾਰਚ ਇਤਿਹਾਸ ਵਿੱਚ ਜ਼ਿਕਰ ਆਉਂਦਾ, 30 ਮਾਰਚ ਨੂੰ ਵਿਸਾਖੀ ਆਈ ਸੀ, ਹੁਣ ਅਪ੍ਰੈਲ ਦੇ ਵਿੱਚ ਆਉਂਦੀ ਹੈ ਨਾ। ਉਸ ਦਿਨ 30 ਮਾਰਚ ਦੀ ਵਿਸਾਖੀ ਸੀ ਔਰ 1756 ਬਿਕਰਮੀ ਸੀ, ਜਦੋਂ ਮਹਾਰਾਜ ਸਾਹਿਬ ਜੀ ਨੇ ਹੁਕਮਨਾਮੇ ਭੇਜ ਕਰਕੇ ਸਾਰੇ ਇਲਾਕੇ ਚੋਂ ਸੰਗਤਾਂ ਬੁਲਾਈਆਂ ਤੇ ਸ੍ਰੀ ਕੇਸਗੜ੍ਹ ਸਾਹਿਬ ਦੀ ਪਹਾੜੀ ਦੇ ਉੱਤੇ ਮਹਾਰਾਜ ਨੇ ਦੀਵਾਨ ਸਜਾਇਆ ਵਿਸਾਖੀ ਵਾਲਾ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ। ਤੇ ਫਿਰ ਮਹਾਰਾਜ ਸਾਹਿਬ ਜੀ ਨੇ 5 ਸਿੱਖਾਂ ਦੇ ਸੀਸ ਲਾਏ ਤੇ ਆਪਣੀ ਸ੍ਰੀ ਸਾਹਿਬ ਦੇ ਨਾਲ ਧੜ ਤੋਂ ਵੱਖਰੇ ਕੀਤੇ। ਤੇ ਗਰੀਬ ਨਵਾਜ ਸਾਹਿਬ ਜੀ ਨੇ ਫਿਰ 5 ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ ਸਾਰਾ ਪੜ੍ਹਿਆ। 5 ਨੂੰ ਅੰਮ੍ਰਿਤ ਛਕਾਇਆ, ਸੁਰਜੀਤ ਕੀਤਾ, ਮੁਰਦਿਆਂ ਵਿੱਚ ਜਾਨ ਪਾਈ, 5 ਕਕਾਰੀ ਬਾਣਾ ਬਖਸ਼ਿਆ, 5 ਕਕਾਰਾਂ ਦੀ ਰਹਿਤ ਦੱਸੀ, ਬੱਜਰ ਕੁਰੈਤਾਂ ਤੋਂ ਬਚਨਾ ਦੱਸਿਆ, ਗੁਰ ਮੰਤਰ ਮੂਲ ਮੰਤਰ ਦ੍ਰਿੜ ਕਰਾਇਆ। ਤੇ ਫਿਰ ਦਇਆ ਰਾਮ ਤੋਂ ਦਇਆ ਸਿੰਘ ਬਣਾਇਆ। ਜਿੱਥੇ ਅੰਮ੍ਰਿਤ ਦੀ ਦਾਤ ਬਖਸ਼ੀ, ਆਖਿਆ ਅੱਜ ਤੋਂ ਤੁਹਾਡੀ ਪਿਛਲੀ ਸਾਰੀ ਜਾਤ ਗੋਤ ਇਲਾਕਾ ਉਹ ਸਮਾਪਤ ਹੈ ਤੇ ਅੱਜ ਤੋਂ ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ ਹੋ। ਤੁਹਾਡਾ ਜਨਮ ਸ੍ਰੀ ਕੇਸਗੜ੍ਹ ਸਾਹਿਬ ਦਾ ਹੈ ਔਰ ਤੁਸੀਂ ਗੁਰੂ ਕੇ ਸਿੰਘ ਹੋ, ਖਾਲਸਾ ਹੋ। ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ, ਪ੍ਰਭੂ ਦੀ ਮੌਜ ਦੇ ਨਾਲ ਖਾਲਸਾ ਸਾਜਿਆ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਹੁਕਮ ਹੋਇਆ ਸੀ ਸਾਨੂੰ
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਇਹ ਅਕਾਲ ਪੁਰਖ ਦੀ ਆਗਿਆ ਹੋਈ ਸੀ ਤਾਂ ਇਹ ਖਾਲਸਾ ਪੰਥ ਚਲਾਇਆ, ਤਾਂ ਸਾਜਿਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਵਿੱਚੋਂ ਤੁਸੀਂ ਪ੍ਰਗਟ ਹੋਏ ਹੋ। ਖਾਲਸਾ ਵਾਹਿਗੁਰੂ ਦੀ ਫੌਜ ਹੈ। ਮਹਾਰਾਜ ਸਾਹਿਬ ਜੀ ਨੇ ਬੋਲਾ ਬਖਸ਼ਿਆ, ਆਖਿਆ ਜਿੱਤੋਂ ਤੁਸੀਂ ਇੱਕ ਦੂਸਰੇ ਨੂੰ ਮਿਲਣਾ ਹੈ ਤੇ ਇਸ ਤਰ੍ਹਾਂ ਬੁਲਾਉਣਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਵਾਹਿਗੁਰੂ ਜੀ ਕਾ ਇਹ ਖਾਲਸਾ ਹੈ ਤੇ ਵਾਹਿਗੁਰੂ ਜੀ ਕੀ ਹਮੇਸ਼ਾ ਫਤਿਹ ਹੈ। ਫਤਿਹ ਕਹਿੰਦੇ ਜਿੱਤ ਨੂੰ, ਫਤਿਹ ਵੀ ਹਮੇਸ਼ਾ ਵਾਹਿਗੁਰੂ ਜੀ ਕੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਜਿੱਥੇ ਖਾਲਸਾ ਸਾਜਿਆ ਉੱਥੇ ਨਾਵਾਂ ਦੇ ਨਾਲ ਦਇਆ ਰਾਮ ਤੋਂ ਦਇਆ ਸਿੰਘ ਬਣਾ ਦਿੱਤਾ, ਧਰਮ ਚੰਦ ਤੋਂ ਧਰਮ ਸਿੰਘ ਬਣਾ ਦਿੱਤਾ। ਆਖਿਆ ਇਹ ਮੇਰੇ ਪਿਆਰੇ ਹਨ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ। ਫਿਰ ਉਹਨਾਂ ਨੂੰ ਆਖਿਆ ਤੁਸੀਂ ਉਹ ਖਾਲਸਾ ਹੋ ਤੇ ਅਕਾਲ ਪੁਰਖ ਦੀ ਫੌਜ ਹੋ। ਤੇ ਜਿਵੇਂ ਅਸੀਂ ਤੁਹਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਨਾ, ਇਸੇ ਤਰ੍ਹਾਂ ਸਾਨੂੰ ਵੀ ਅੰਮ੍ਰਿਤ ਛਕਾਓ। ਤੇ ਪਿਆਰੇ ਦਇਆ ਸਿੰਘ ਜੀ ਨੇ ਬੇਨਤੀ ਕਰਨੀ कि महाराज असी ते नीचन जातन के हम बारक तोहे करुणा कर कैसे निवाजें। महाराज असी नीवियां जातां दे। सतगुरु कहन लगे नहीं खालसा अकाल पुरख दी फौज, सब पिछलियां जातां गोतां मिट गईयां हन, तुसीं हुण नीवें नहीं रहे हो, तुसीं हुण खालसा हो। इस करके जिवें असी तुहानूं अमृत छकाया उसे तरह सानूं भी छकाओ। ਤੇ ਮਹਾਰਾਜ ਸਾਹਿਬ ਨੇ ਜਦੋਂ ਇਹ ਬਚਨ ਕਰਨੇ ਤੇ ਫਿਰ ਗਰੀਬ ਨਵਾਜ ਸਾਹਿਬ ਦੀ ਆਗਿਆ ਮੰਨ ਕਰਕੇ ਪੰਜਾਂ ਪਿਆਰਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ, ਉਸੇ ਮਰਿਆਦਾ ਅਨੁਸਾਰ ਕਲਗੀਧਰ ਪਿਤਾ ਜੀ ਨੂੰ ਛਕਾਉਣਾ ਤੇ ਨਾਲੇ ਬੇਨਤੀ ਕਰਨੀ ਪਿਆਰੇ ਦਇਆ ਸਿੰਘ ਜੀ ਨੇ ਕਿ ਮਹਾਰਾਜ ਤੁਸੀਂ ਤਾਂ ਸੀਸ ਲਏ ਫਿਰ ਅੰਮ੍ਰਿਤ ਛਕਾਇਆ ਤੇ ਗਰੀਬ ਨਵਾਜ ਤੁਸੀਂ ਤਾਂ ਵੱਡੇ ਹੋ, ਅਸੀਂ ਤਾਂ ਤੁਹਾਡੇ ਚਰਨਾਂ ਦੀ ਧੂੜ ਹਾਂ, ਸਿੱਖ ਸੇਵਕ ਹਾਂ। ਤੇ ਮਾਰੇ ਬੇਨਤੀ ਕਿ ਤੁਸੀਂ ਤਾਂ ਸੀਸ ਲਏ ਤੇ ਤੁਸੀਂ ਸਤਿਗੁਰੂ ਹੋ, ਤੁਸੀਂ ਆਖਿਆ ਉਸੇ ਤਰ੍ਹਾਂ ਅੰਮ੍ਰਿਤ ਛਕਾਓ, ਤੁਸੀਂ ਕੀ ਦਿਓਗੇ। ਤੇ ਮਹਾਰਾਜ ਕਹਿਣ ਲੱਗੇ ਪਿਆਰੇ ਦਇਆ ਸਿੰਘ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ, ਅਸੀਂ ਖਾਲਸੇ ਦੇ ਨਾਲ ਵਾਅਦਾ ਕਰਦੇ ਹਾਂ, ਬਚਨ ਕਰਦੇ ਹਾਂ, ਅਸੀਂ ਬਚਪਨ ਦੇ ਵਿੱਚ ਇਸ ਦੇਸ਼ ਦੇ ਵਾਸਤੇ ਤਿਲਕ ਜੰਨੂ ਦੀ ਰਾਖੀ ਵਾਸਤੇ ਆਪਣੇ ਪਿਤਾ ਜੀ ਨੂੰ ਦਿੱਲੀ ਚਾਂਦਨੀ ਚੌਂਕ ਵਿੱਚ ਕੁਰਬਾਨ ਕੀਤਾ ਹੈ। ਸਮਾਂ ਆਵੇਗਾ ਅਸੀਂ ਖਾਲਸੇ ਤੋਂ, ਅਸੀਂ ਧਰਮ ਤੋਂ ਆਪਣਾ ਆਪ ਸਭ ਕੁਝ ਸਾਰਾ ਪਰਿਵਾਰ ਕੁਰਬਾਨ ਕਰ ਦੇਵਾਂਗੇ, ਸਾਨੂੰ ਵੀ ਅੰਮ੍ਰਿਤ ਛਕਾਓ। ਪੰਜਾਂ ਪਿਆਰਿਆਂ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਭ ਤੋਂ ਪਹਿਲਾਂ ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਕਲਗੀਧਰ ਪਿਤਾ ਜੀ ਨੇ ਆਪ ਛਕਿਆ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਅੰਮ੍ਰਿਤ ਛਕਿਆ। ਇਸ ਕਰਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹ ਗੱਲ ਨਾ ਆਖੇ ਕਿ ਮੈਨੂੰ ਅੰਮ੍ਰਿਤ ਛਕਣ ਦੀ ਲੋੜ ਕੀ ਹੈ ਜੀ। ਕਈ ਵਾਰੀ ਕਹਿ ਦਿੱਤਾ ਜਾਂਦਾ ਜੀ ਮਨ ਦੀ ਸਿੱਖੀ ਚਾਹੀਦੀ ਹੈ, ਤਨ ਦਾ ਤੇ ਕੋਈ ਗੱਲ ਨਹੀਂ। ਮਨ ਸਾਫ਼ ਹੋਣਾ ਚਾਹੀਦਾ। ਜੇ ਮਨ ਵਿੱਚ ਸਿੱਖੀ ਹੋਵੇ ਨਾ, ਜੇ ਸਿੱਖੀ ਦਾ ਖਿਆਲ, ਸਿੱਖੀ ਦਾ ਫੁਰਨਾ ਅੰਦਰ ਹੋਵੇ ਤੇ ਸਿੱਖੀ ਫਿਰ ਤਨ ਤੇ ਵੀ ਪ੍ਰਗਟ ਹੁੰਦੀ ਹੈ। ਤੇ ਜੇ ਮਨ ਵਿੱਚ ਸਿੱਖੀ ਨਾ ਹੋਵੇ ਤੇ ਤਨ ਤੇ ਵੀ ਨਹੀਂ ਪ੍ਰਗਟ ਹੁੰਦੀ ਹੈ। ਬਾਕੀ ਤਨ ਜਿਹੜਾ ਹੈ, ਤਨ ਦੇ ਉੱਤੇ ਸਿੱਖੀ ਧਾਰਨ ਕਰਨੀ ਤੇ ਸ਼ਾਇਦ ਸੌਖੀ ਹੋਵੇਗੀ, ਤੇ ਮਨ ਨੂੰ ਕਾਬੂ ਕਰਨਾ ਤੇ ਬੜਾ ਔਖਾ ਹੈ। ਸਿੱਖੀ ਇਸੇ ਕਰਕੇ ਗੁਰੂ ਕੀ ਪ੍ਰਾਪਤ ਕਰਨੀ ਹੈ ਕਿ ਮਨ ਦਾ ਮੰਦਾ ਸੁਭਾਅ ਮਰ ਜਾਵੇ, ਮਨ ਜਿੱਤਿਆ ਜਾਵੇ, ਮਨ ਵਸ ਵਿੱਚ ਆ ਜਾਵੇ। ਪਰ ਗੁਰੂ ਕੀ ਪੂਰੀ ਕਿਰਪਾ ਹੋਵੇ ਤੇ ਫਿਰ ਮਨ ਕਾਬੂ ਆਉਂਦਾ, ਨਹੀਂ ਤੇ ਮਨ ਨੇ ਸਭ ਨੂੰ ਕਾਬੂ ਕੀਤਾ ਹੋਇਆ ਆਪਣੇ। ਗੁਰਬਾਣੀ ਦਾ ਬਚਨ ਹੈ ਮਨ ਵਾਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਪਿਤਾ ਜੀ ਆਪ ਅੰਮ੍ਰਿਤ ਛਕਦੇ ਆ ਤੇ ਸਿੱਖਾਂ ਦੇ ਘਰ ਵਿੱਚ ਜਿਹੜਾ ਪੈਦਾ ਹੋਇਆ ਹੈ, ਜਿਹਦੇ ਨਾਮ ਨਾਲ ਸਿੰਘ ਤੇ ਕੌਰ ਲੱਗਾ ਹੈ, ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਲਾਜ਼ਮੀ ਹੈ, ਲਾਜ਼ਮੀ ਜ਼ਰੂਰੀ ਹੈ। ਗੁਰੂ ਕਲਗੀਧਰ ਪਿਤਾ ਜੀ ਦਾ ਹੁਕਮ ਹੈ ਖੰਡੇ ਕੀ ਪਾਹੁਲ ਛਕੇ,
ਕਿ ਖੰਡੇ ਬਾਟੇ ਦੀ ਪੌਲ, ਖੰਡੇ ਦਾ ਅੰਮ੍ਰਿਤ ਛਕਣਾ ਹੈ ਪੰਜਾਂ ਪਿਆਰਿਆਂ ਦੇ ਕੋਲੋਂ। ਫਿਰ ਅਸੀਂ ਸਿੱਖ ਗੁਰੂ ਕੇ ਹੋ ਸਕਦੇ ਹਾਂ, ਫਿਰ ਗੁਰੂ ਕੇ ਸਿੰਘ ਬਣ ਸਕਦੇ ਹਾਂ। ਗੁਰੂ ਸਾਹਿਬ ਜੀ ਦਾ ਹੁਕਮ ਹੈ। ਫਿਰ ਸੰਗਤਾਂ ਨੇ ਅੰਮ੍ਰਿਤ ਛਕਿਆ। ਫਿਰ ਹਰ ਰੋਜ਼ ਕਈ ਦਿਨ ਅੰਮ੍ਰਿਤ ਤਿਆਰ ਹੁੰਦਾ ਰਿਹਾ। ਉਦੋਂ ਤੋਂ ਲੈ ਕੇ ਅੱਜ ਤੀਕ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ। ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਖਾਲਸੇ ਦੀ ਸਾਜਨਾ ਕੀਤੀ। ਔਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਚੋਜ ਕੌਤਕ ਮਹਾਰਾਜ ਸਾਹਿਬ ਜੀ ਨੇ ਕਰਨੇ। ਔਰ ਗਰੀਬ ਨਵਾਜ ਸਾਹਿਬ ਜੀ ਦੇ ਇੰਨੇ ਕੁ ਗੁਣ ਹਨ ਕਿ ਇਸ ਜੀਵ ਦੇ ਨਾਲ ਇੱਕ ਰਸਨਾ ਦੇ ਨਾਲ ਬਿਆਨ ਹੀ ਨਹੀਂ ਕੀਤੇ ਜਾ ਸਕਦੇ।